सतनाम श्री वाहिगुरु साहिब जीओ। तेरे कवण कवण गुण कह कह गावा, तू साहिब गुणी निधाना। तुमरी महिमा वर्ण ना साकों, तू ठाकुर ऊंच भगवाना। सतनाम श्री वाहिगुरु साहिब जीओ। श्री राग महला पंजवा। उद्यम कर हर जपना, वड भागी धन खाट। संत संग हर सिमरना, मल जन्म जन्म की काट। मन मेरे राम नाम जप जाप, मन इच्छे फल पुंच तू। सब चूकै सोग संताप, रहाओ जिस कारण तन धारिया। सो प्रभ डिठा नाल, जल थल महियल पूरिया। प्रभ अपनी नदर निहाल, मन तन निर्मल होया। लागी साच प्रीत, चरण भजे पार ब्रह्म के। सब जप तप तिन्हि कीत, रतन जवेहर मान का। अमृत हर का नाओ, सूक सहज आनंद रस। जन नानक हर गुण गाओ। वाहिगुरु जी का खालसा, वाहिगुरु जी की फतेह। हाजरा हजूर जुगो जुग अटल, चवर छत्र तख्त दे मालिक। साहिब धन धन श्री गुरु ग्रंथ साहिब जी दी कोटान कोटान किरपा रहमत ते बख्शिश दे नाल, जो लड़ीवार धन धन श्री गुरु ग्रंथ साहिब जी दी पावन गुरबाणी विचार रोजाना आप जी के सन्मुख ग्लोबल गुरबाणी विचार व्हाट्सएप ग्रुप के राही ते फेसबुक लाइव आडियो के राही लैके हाज़र होने आ, जिस विच साहिब गुरु ग्रंथ साहिब जी महाराज जी दे श्री राग दी पावन गुरु शब्द की विचार चल रही है, जिस विच हुण तक 86 नंबर 86 नंबर शब्द तक श्री राग दे विचार कर चुके हैं। हुणे हुणे जिहड़ा शब्द आप जी ने सरवण किया है, ये 87 नंबर शब्द है, 87 नंबर शब्द है। गुरु ग्रंथ साहिब जी दे पावन पन्ना नंबर 48 के उत्ते सुभायमान है। ते पंजवें पातशाह धन धन साहिब गुरु अर्जन देव जी की पावन रसना तो मुखारबिंद तो उच्चारण होया है। सो अज दे पावन शब्द विच जिहड़ी गल सतगुरु पंजवें पातशाह जी समझा रहे ने, बार बार मनुख दा अकीदा मनुख दा भरोसा इस गल उत्ते बनाउण दा है कि मनुख नूं पूर्ण तौर उत्ते ये दृढ़ता उहदे जीवन च आ जावे कि उहदे जीवन दा आधार, उहदे जीवन दा मकसद, उहदे जीवन दा मनोरथ एक अकाल पुरख वाहिगुरु परमात्मा नाल इकमिक होना है, जिहदे वास्ते ये मनुखा जीवन मिलिया है। हर पल हर घड़ी सतगुरु की पावन बाणी, गुरु जी के पावन उपदेश मनुख के जीवन की घाड़त नूं घड़ रहे ने। ते घड़िया उहदा ही जीवन जा सकता है जो अपने आप नूं समर्पण करेगा। एक पत्थर समर्पण करता है मूर्ति घड़न वाले मूर्ति घाड़े नूं, ते पत्थर नूं तराश के मूर्ति घड़न वाला मूर्ति बना दिंदा है।
ਤੇ ਸਾਰੀ ਦੁਨੀਆ ਉਸ ਮੂਰਤੀ ਨੂੰ ਮੱਥੇ ਟੇਕਦੀ ਹੈ। ਭਗਵਾਨ ਬਣਾ ਕੇ ਉਹ ਮੰਦਰਾਂ ਦੇ ਵਿੱਚ ਸੁਸ਼ੋਭਿਤ ਹੋ ਜਾਂਦਾ ਹੈ। ਇਵੇਂ ਹੀ ਜਦੋਂ ਅਸੀਂ ਆਪਣੇ ਇਸ ਪੱਥਰ ਵਰਗੇ ਜੀਵਨ ਨੂੰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਮਰਪਿਤ ਕਰਾਂਗੇ, ਸਤਿਗੁਰੂ ਗੁਰੂ ਸ਼ਬਦ ਜੀ ਨੂੰ ਸਮਰਪਣ ਕਰਾਂਗੇ, ਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨਗੇ, ਰਹਿਮਤ ਕਰਨਗੇ, ਤੇ ਸਾਡੀ ਇਸ ਆਤਮਾ ਨੂੰ ਪਰਮਾਤਮਾ ਦੇ ਨਾਲ ਇੱਕਮਿਕ ਕਰਾਉਣਗੇ, ਤੇ ਸਾਡਾ ਇਹ ਮਨੁੱਖਾ ਜੀਵਨ ਤਰਾਸ਼ਿਆ ਜਾਵੇਗਾ। ਗੱਲ ਕੀ ਅਸੀਂ ਵੀ ਰੱਬ ਵਰਗੇ ਬਣ ਜਾਵਾਂਗੇ। ਜਿਵੇਂ ਇੱਕ ਪੱਥਰ ਦੀ ਮੂਰਤ ਰੱਬ ਬਣ ਕੇ ਮੰਦਰਾਂ ਵਿੱਚ ਸ਼ੋਭਿਤ ਹੋ ਗਈ ਹੈ, ਸਭ ਕਹਿੰਦੇ ਇਵੇਂ ਹੀ ਗੁਰੂ ਸਾਹਿਬ ਜੀ ਰੂਪੀ ਸਤਿਗੁਰੂ ਜੀ ਤੇਰੇ ਜੀਵਨ ਦੇ ਵਿੱਚ ਤੇਰੇ ਘਾਟ ਨੂੰ ਕੱਢ ਕੇ, ਤੇਰੇ ਜੀਵਨ ਦੇ ਵਿੱਚ ਪੱਥਰ ਸੁਭਾਅ ਨੂੰ ਕੱਢ ਕੇ, ਤੈਨੂੰ ਤਰਾਸ਼ ਕੇ, ਤੈਨੂੰ ਸੰਵਾਰ ਕੇ ਕਰਤਾ ਪੁਰਖ ਅਕਾਲ ਪੁਰਖ ਨਾਲ ਇੱਕਮਿਕ ਕਰਾ ਦੇਣਗੇ। ਬਸ ਤੂੰ ਕੋਸ਼ਿਸ਼ ਕਰਨੀ ਹੈ ਆਪਣੇ ਆਪ ਨੂੰ ਸਮਰਪਣ ਕਰਨ ਦੀ, ਕੋਸ਼ਿਸ਼ ਕਰਨੀ ਹੈ ਗੁਰੂ ਦੀ ਮੱਤ 'ਤੇ ਚੱਲਣ ਦੀ, ਜੋ ਬਹੁਤ ਔਖੀ ਹੈ। ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੇ ਦੁੱਖਾਂ ਦਾ ਕਾਰਨ ਇਹੀ ਹੈ ਕਿ ਅਸੀਂ ਆਪਣੀ ਮਨ ਦੀ ਮੱਤ ਛੱਡਣ ਨੂੰ ਤਿਆਰ ਨਹੀਂ। ਅਸੀਂ ਹਰ ਵਕਤ ਆਪਣੀ ਹੀ ਮਨਾਉਣੀ ਚਾਹੁੰਦੇ ਹਾਂ ਤੇ ਆਪਣੀ ਹੀ ਸੁਣਾਉਣੀ ਚਾਹੁੰਦੇ ਹਾਂ, ਜਿਹਦਾ ਨਤੀਜਾ ਇਹ ਹੈ ਕਿ ਅਸੀਂ ਹਰ ਵਕਤ ਪਰੇਸ਼ਾਨੀ, ਦੁਚਿੱਤੀ ਤੇ ਦੁਬਿਧਾ ਵਿੱਚ ਪੈ ਰਹਿੰਦੇ ਹਾਂ, ਹਰ ਵਕਤ ਡਿਪਰੈਸ਼ਨ ਦੇ ਵਿੱਚ ਰਹਿੰਦੇ ਹਾਂ, ਕਿਉਂਕਿ ਅਸੀਂ ਇਹ ਸੋਚ ਲਿਆ ਹੈ ਹਮ ਕੀਆ ਹਮ ਕਰਾਂਗੇ, ਮੈਂ ਆਪਣੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਹੀ ਕੁਝ ਕਰ ਸਕਦਾ। ਜਦ ਕਿ ਜਿਹਨੂੰ ਗੁਰੂ ਦੀ ਮੱਤ ਸਮਝ ਆ ਗਈ, ਉਹਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਤੋ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਇਸ ਦੀਆਂ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਨੇ, ਇਹਦੇ ਵਿੱਚ ਵੀ ਬਾਰ-ਬਾਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਮਨੁੱਖ ਦੇ ਜੀਵਨ ਦੇ ਵਿੱਚ ਇਸ ਖਿਆਲ ਨੂੰ ਉਜਾਗਰ ਕਰ ਰਹੇ ਨੇ ਕਿ ਤੂੰ ਪਰਮਾਤਮਾ ਦੇ ਨਾਲ ਇੱਕਮਿਕ ਹੋ। ਤੋ ਸਭ ਕਹਿੰਦੇ ਮਨ ਮੇਰੇ ਰਾਮ ਨਾਮ ਜਪ ਜਾਪ, ਹੇ ਮੇਰੇ ਮਨ ਚੰਚਲ ਮਨ ਅਵੈੜੇ ਮਨ। ਬਾਰ-ਬਾਰ ਮਨ ਨੂੰ ਸੰਬੋਧਨ ਕੀਤਾ ਹੈ, ਕਿਉਂਕਿ ਮਨ ਹੀ ਨਹੀਂ ਸੁਣਦਾ। ਮਨ ਦੀਆਂ ਆਪਣੀਆਂ ਮਨ ਆਈਆਂ ਨੇ ਮਰਜ਼ੀਆਂ ਨੇ। ਜਦ ਤੱਕ ਮਨ ਗੁਰੂ ਦੀ ਗੱਲ ਨਹੀਂ ਨਾ ਸੁਣੇਗਾ, ਜੀਵਨ ਤੁਰੇਗਾ ਨਹੀਂ। ਤੋ ਬਾਰ-ਬਾਰ ਇਸ ਮਨ ਨੂੰ ਸਮਝਾਇਆ ਜਾ ਰਿਹਾ ਹੈ, ਬਾਰ-ਬਾਰ ਇਸ ਮਨ ਦੇ ਜ਼ਿਹਨ 'ਚ ਇਹ ਗੱਲ ਪਾਈ ਜਾ ਰਹੀ ਹੈ, ਤੂੰ ਚੇਤੇ ਕਰ, ਚੇਤੇ ਕਰ। ਕਿਹਨੂੰ ਚੇਤੇ ਕਰ? ਅਕਾਲ ਪੁਰਖ ਵਾਹਿਗੁਰੂ ਨੂੰ। ਮਨ ਮੇਰੇ ਰਾਮ ਨਾਮ ਜਪ ਜਾਪ, ਹੇ ਮੇਰੇ ਮਨ ਹਰ ਵਕਤ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਭਾਵ ਨਾਮ ਜਪਣ ਦਾ ਅਰਥ ਮੈਂ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕਰਦਾ, ਚੌਂਕੜੇ ਮਾਰਨੇ ਨਹੀਂ ਹੈ, ਹੱਥ ਵਿੱਚ ਲਾਈਟਾਂ ਬੰਦ ਕਰਕੇ ਮਾਲਾਵਾਂ ਜਪਣੀਆਂ ਨਹੀਂ ਗੀਆਂ। ਗੁਰਮਤਿ ਦੇ ਵਿੱਚ ਨਾਮ ਜਪਣ ਦਾ ਅਰਥ ਹੈ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਪਾਏ ਕਰੇ ਹੀ। ਹਰ ਵਕਤ ਪਰਮਾਤਮਾ ਨੂੰ ਆਪਣੇ ਇਰਦ ਗਿਰਦ ਹਾਜ਼ਰ ਨਾਜ਼ਰ ਸਮਝ ਕੇ ਚੰਗਾ ਕਾਰ ਵਿਹਾਰ ਕਰਨਾ, ਆਪਣੇ ਕਰੈਕਟਰ ਨੂੰ ਉੱਚਾ ਲੈ ਕੇ ਜਾਣਾ। ਨਾਮ ਜਪਣ ਦਾ ਮਤਲਬ ਹੈ ਕੋਈ ਪਲ ਐਸੀ ਘੜੀ ਨਾ ਹੋਵੇ ਪਰਮਾਤਮਾ ਜੀਵਨ ਦੇ ਵਿੱਚੋਂ ਮਾਈਨਸ ਹੋ ਜਾਵੇ। ਦੁਕਾਨਦਾਰੀ ਕਰ ਰਹੇ ਹਾਂ, ਦੁਕਾਨਦਾਰੀ ਕਰਦਿਆਂ ਵੀ ਰੱਬ ਮੇਰੇ ਨਾਲ ਚਾਹੀਦਾ ਹੈ। ਗੱਲ ਕੀ ਹਰ ਵਕਤ ਜ਼ਿੰਦਗੀ ਦੇ ਹਰ ਪੜਾਵ, ਹਰ ਖੇਤਰ ਦੇ ਵਿੱਚ ਇਹ ਗੱਲ ਨੂੰ ਭਲੀ ਭਾਂਤ ਸਮਝ ਲੈਣਾ ਹੈ, ਮੈਂ ਇਕੱਲਾ ਨਹੀਂ ਹਾਂ, ਪਰਮਾਤਮਾ ਮੇਰੇ ਅੰਗ ਸੰਗ ਮੈਨੂੰ ਵੇਖ ਰਿਹਾ ਹੈ, ਹਰ ਪਲ ਹਰ ਘੜੀ ਉਹਦੀ ਮੇਰੇ ਉੱਪਰ ਨਿਗਾਹ ਹੈ। ਐਸਾ ਜੀਵਨ ਜਦੋਂ ਸੰਕਲਪ ਲੈ ਲਵਾਂਗੇ, ਫਿਰ ਜੀਵਨ ਵਿੱਚ ਪਰਮਾਤਮਾ ਦੇ ਹੁਕਮ ਨੂੰ ਮੰਨਣ ਦੀ ਆਦਤ ਬਣ ਜਾਵੇਗੀ। ਫਿਰ ਮਨ ਆਈਆਂ ਮਨ ਮਰਜ਼ੀਆਂ ਜੀਵਨ ਵਿੱਚੋਂ ਨਿਕਲ ਜਾਣਗੀਆਂ। ਤੋ ਇਸੇ ਕਰਕੇ ਸਭ ਕਹਿ ਰਹੇ ਨੇ ਮਨ ਮੇਰੇ ਰਾਮ ਨਾਮ ਜਪ ਜਾਪ, ਹੇ ਮੇਰੇ ਮਨ ਹਰ ਵਕਤ ਪਰਮਾਤਮਾ ਨੂੰ ਚੇਤੇ ਰੱਖਿਆ ਕਰ। ਆਪਣੇ ਜੀਵਨ ਦਾ ਆਸਰਾ, ਆਪਣੇ ਜੀਵਨ ਦਾ ਆਧਾਰ ਪਰਮਾਤਮਾ ਨੂੰ ਬਣਾ। ਕੀ ਹੋਵੇਗਾ? ਮਨ ਇੱਛੇ ਫਲ ਭੁੰਚ ਤੋਂ ਸਭ ਚੂਕੈ ਸੋਗ ਸੰਤਾਪ।
ਮਨ ਇੱਛੇ ਦਾ ਅਰਥ ਆ ਮਨ ਭਾਉਂਦੇ। ਭੁੰਚ ਦਾ ਅਰਥ ਆ ਖਾ ਸਕੇਗਾ। ਚੁੱਕੇ ਦਾ ਅਰਥ ਆ ਮੁੱਕ ਜਾਏਗਾ। ਸੋਗ ਦਾ ਅਰਥ ਆ ਚਿੰਤਾ। ਸੰਤਾਪ ਦਾ ਅਰਥ ਆ ਦੁੱਖ। ਸਾਹਿਬ ਕਹਿੰਦੇ ਜਦੋਂ ਤੂੰ ਪਰਮਾਤਮਾ ਨੂੰ ਹਰ ਵਕਤ ਹਾਜ਼ਰ ਨਾਜ਼ਰ ਸਮਝੇਗਾ, ਹਰ ਵਕਤ ਉਹਦੇ ਹੁਕਮ ਦੀ ਤਾਮੀਲ ਕਰੇਗਾ, ਮਨ ਮਰਜ਼ੀਆਂ ਛੱਡੇਗਾ, ਚੇਤਾ ਰੱਖੀ ਤੇਰੀਆਂ ਇੱਛਾਵਾਂ ਮੁਕੰਮਲ ਹੋਣ ਲੱਗ ਪੈਣਗੀਆਂ। ਕਿਹੜੀਆਂ ਇੱਛਾਵਾਂ? ਪਦਾਰਥਵਾਦੀ ਇੱਛਾ ਨਹੀਂ ਹੈ ਸਿੱਖ ਦੀ। ਜਦੋਂ ਗੁਰਮਤਿ ਸਮਝ ਆਉਂਦੀ ਹੈ ਨਾ, ਸਿੱਖ ਦੀਆਂ ਇੱਛਾਵਾਂ ਪਦਾਰਥਵਾਦੀ ਨਹੀਂ ਰਹਿੰਦੀਆਂ। ਸਿੱਖ ਦੀਆਂ ਇੱਛਾਵਾਂ ਦੁਨਿਆਵੀ ਨਹੀਂ ਰਹਿੰਦੀਆਂ। ਸਿੱਖ ਦੀ ਇੱਛਾ ਫਿਰ ਕੀ ਬਣ ਜਾਂਦੀ ਹੈ? ਹੇ ਪ੍ਰਮਾਤਮਾ, ਮੈਂ ਤੇਰੇ ਵਿੱਚ ਇਕਮਿਕ ਹੋ ਜਾਵਾਂ, ਜੀਵਨ ਮੁਕਤ ਹੋ ਜਾਵਾਂ, ਐਸਾ ਜੀਵਨ ਬਖਸ਼। ਫਿਰ ਮਨੁੱਖ ਦੀ ਇੱਛਾਵਾਂ, ਮਨੁੱਖ ਦੀਆਂ ਕਾਮਨਾਵਾਂ ਬਦਲ ਜਾਂਦੀਆਂ ਨੇ। ਜਦ ਤੱਕ ਅਸੀਂ ਆਪਣੀ ਮਨ ਮਰਜ਼ੀ ਦੇ ਪਿੱਛੇ ਤੁਰ ਰਹੇ ਹਾਂ, ਸਾਡੀਆਂ ਇੱਛਾਵਾਂ ਪਦਾਰਥੀ ਨੇ, ਸਾਡੀਆਂ ਇੱਛਾਵਾਂ ਦੁਨਿਆਵੀ ਨੇ। ਇੱਥੇ ਜਿਹੜੀ ਗੱਲ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਤੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਜਾਣਗੀਆਂ, ਮਤਲਬ ਕੀ ਹੈ? ਤੂੰ ਸੰਤੋਖੀ ਹੋ ਜਾਵੇਗਾ। ਇੱਛਾਵਾਂ ਕਾਮਨਾਵਾਂ ਦੀ ਭੁੱਖ ਜੀਵਨ ਵਿੱਚੋਂ ਮੁੱਕ ਜਾਵੇਗੀ। ਮਨ ਤ੍ਰਿਪਤ ਹੋ ਜਾਵੇਗਾ, ਸੰਤੋਖੀ ਹੋ ਜਾਵੇਗਾ, ਸਹਿਜ ਵਿੱਚ ਆ ਜਾਵੇਗਾ। ਦੌੜ ਭੜਕਾਹਟ ਕਲਪਨਾ ਜੀਵਨ ਵਿੱਚੋਂ ਖਤਮ ਹੋ ਜਾਵੇਗੀ। ਫਿਰ ਹਰ ਵਕਤ ਭਾਵੇਂ ਕੈਸੀ ਵੀ ਪ੍ਰਸਥਿਤੀ ਹੈ, ਕੈਸਾ ਵੀ ਸਮਾਂ ਹੈ, ਹਰ ਵਕਤ ਪ੍ਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰਨ ਦੀ ਆਦਤ ਬਣ ਗਈ ਹੈ। ਹੁਣ ਤੇ ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁੱਖ ਹੋਵੇ, ਕੋਈ ਪਲ ਐਸਾ ਨਹੀਂ ਕਿ ਜੀਵਨ ਪ੍ਰਮਾਤਮਾ ਤੋਂ ਦੂਰ ਹੋਵੇ। ਹੁਣ ਇਹੀ ਮਨ ਦੀ ਇੱਛਾ ਹੈ ਕਿ ਹੇ ਪ੍ਰਭੂ ਜੀ ਕਿਰਪਾ ਕਰੋ, ਇਹ ਜੀਵਨ ਤੁਹਾਡੇ ਨਾਲ ਇਕਮਿਕ ਹੋ ਜਾਵੇ। ਤੇ ਸਾਹਿਬ ਕਹਿੰਦੇ ਪ੍ਰਮਾਤਮਾ ਨੂੰ ਬਾਰ-ਬਾਰ ਯਾਦ ਕੀਤਿਆਂ, ਚੇਤੇ ਕੀਤਿਆਂ, ਇਹ ਸਾਰੀਆਂ ਇੱਛਾਵਾਂ ਮੁਕੰਮਲ ਹੋ ਜਾਣਗੀਆਂ। ਮਨ ਇੱਛੇ ਫਲ ਪੁੰਚ ਤੋਂ। ਪਰਿਪੂਰਨ ਪ੍ਰਮਾਤਮਾ ਨੂੰ ਯਾਦ ਕੀਤਿਆਂ, ਉਹਦੀ ਬਰਕਤ ਦੇ ਨਾਲ ਮਨੁੱਖ ਨੂੰ ਮਨ ਭਾਉਂਦੇ ਭਾਵ ਸੱਚ ਤੇ ਸੰਤੋਖ ਦੀ ਰਾਹ ਤੇ ਚੱਲਦਿਆਂ ਉਹਨੂੰ ਫਲ ਪ੍ਰਾਪਤ ਹੁੰਦੇ ਨੇ। ਸਭ ਚੁੱਕੈ ਸੋਗ ਸੰਤਾਪ। ਤੇ ਉਹਦੇ ਜੀਵਨ ਦੇ ਵਿੱਚੋਂ ਦੁੱਖ ਕਲੇਸ਼ ਸਹਿਮ ਸਭ ਦੂਰ ਹੋ ਜਾਂਦੇ ਨੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਪਰਮਾਤਮਾ ਜੀ ਨੇ ਜਦੋਂ ਇਸ ਜੀਵਨ ਵਿੱਚ ਜਿਹੜੇ ਗੰਦਗੀ ਦੇ ਖਿਆਲ ਸਨ, ਵਿਕਾਰਾਂ ਦੀ ਸੋਚ ਸੀ, ਉਹਨਾਂ ਤੇ ਬੰਨ ਲਾ ਦਿੱਤਾ ਆਪਣੇ ਹੁਕਮ ਦਾ। ਕਹਿੰਦੇ ਸਾਰੇ ਦੁੱਖ ਜਿਹੜੇ ਡੇਰਾ ਬਣਾ ਕੇ ਜੀਵਨ ਵਿੱਚ ਬੈਠੇ ਸਨ ਨਾ, ਉਹ ਉੱਡ ਗਏ, ਉਹ ਖਤਮ ਹੋ ਗਏ। ਹੁਣ ਜੀਵਨ ਸੁਖੀ ਹੋ ਗਿਆ ਹੈ। ਹੁਣ ਸਾਹਿਬ ਜੀ ਪਹਿਲਾ ਬੰਦ ਸਮਝਾ ਰਹੇ ਨੇ, ਇਹ ਰਹਾਉ ਦਾ ਬੰਦ ਹੈ, ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਕਹਿੰਦੇ ਹੁਣ ਇਹ ਨਾ ਸਮਝੀ ਕਿ ਬੈਠਾ ਰਵੇ ਤੇ ਆਖੇ ਪ੍ਰਮਾਤਮਾ ਹੀ ਕਿਰਪਾ ਕਰੂਗਾ। ਸਾਹਿਬ ਕਹਿੰਦੇ ਉਦਮ ਤੈਨੂੰ ਵੀ ਕਰਨਾ ਪਏਗਾ। ਭਾਈ ਗੁਰਦਾਸ ਜੀ ਨੇ ਵੀ ਗੱਲ ਕਹੀ ਹੈ, ਪ੍ਰਮਾਤਮਾ ਤੇਰੇ ਅੰਗ ਸੰਗ ਹਾਜ਼ਰ ਨਾਜ਼ਰ ਹੈ, ਪਰ ਸਮਝਣ ਵਾਸਤੇ ਤੈਨੂੰ ਤੁਰਨਾ ਪਏਗਾ, ਉਦਮ ਕਰਨਾ ਪਵੇਗਾ। ਉਦਮ ਕਰਿੰਦਿਆਂ ਜੀਓ ਤੋਂ ਕਮਾਵੰਦਿਆਂ ਸੁਖ ਪੁੰਚ। ਜੇ ਸੁਖ ਚਾਹੁੰਦਾ ਹੈ, ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ। ਇੱਕ ਪੈਂਡਾ ਤੈਨੂੰ ਗੁਰੂ ਵੱਲ ਵਧਾਉਣਾ ਪਵੇਗਾ, ਗੁਰੂ ਦੀ ਸਿੱਖਿਆ ਨੂੰ ਸਮਝਣ ਵਾਸਤੇ, ਗੁਰੂ ਦੀ ਦੀਖਿਆ ਨੂੰ ਲੈਣ ਵਾਸਤੇ। ਤੈਨੂੰ ਆਪਣੀਆਂ ਮਨ ਆਈਆਂ ਛੱਡਣੀਆਂ ਪੈਣਗੀਆਂ। ਤੋ ਸਾਹਿਬ ਕਹਿੰਦੇ ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਉਦਮ ਦਾ ਅਰਥ ਆ ਮਿਹਨਤ ਕਰ, ਮਿਹਨਤ ਕਰ, ਉਦਮ ਕਰ, ਪਰਮਾਤਮਾ ਜੀ ਨੂੰ ਆਪਣੇ ਜੀਵਨ ਵਿੱਚ ਵਸਾਉਣ ਦਾ। ਇਹ ਉਦਮ ਤੈਨੂੰ ਕਰਨਾ ਪਏਗਾ। ਆਪਣੇ ਮਨ ਨੂੰ ਤੈਨੂੰ ਧੋਣਾ ਪਏਗਾ। ਆਪਣੇ ਹਿਰਦੇ ਰੂਪੀ ਘਰ ਨੂੰ ਨਿਰਮਲ ਤੈਨੂੰ ਕਰਨਾ ਪਏਗਾ। ਆਪ ਮਿਹਨਤ ਕਰਨੀ ਪਏਗੀ, ਉਦਮ ਕਰਨਾ ਪਊਗਾ। ਤੇ ਜਦੋਂ ਤੂੰ ਉਦਮ ਕਰੇਗਾ, ਕਾਹਦਾ ਉਦਮ? ਬਾਰ-ਬਾਰ ਪ੍ਰਮਾਤਮਾ ਨੂੰ ਚੇਤੇ ਕਰਨ ਦਾ, ਆਪਣੇ ਮਨ ਨੂੰ ਬਾਰ-ਬਾਰ ਇਸ ਸਮਝਾਉਣ ਦਾ ਜਿਹਨੂੰ ਤੂੰ ਭੁੱਲ ਚੁੱਕਿਆ ਹੈ ਨਾ, ਉਹ ਤੇਰੇ ਨਾਲ ਹੈ, ਤੇਰੇ ਅੰਗ ਸੰਗ ਹੈ। ਤੇਰੇ ਸਾਰੇ ਸੁੱਖਾਂ ਦਾ ਕਾਰਨ ਪ੍ਰਮਾਤਮਾ ਹੈ ਤੇ ਤੇਰੇ ਦੁੱਖਾਂ ਦਾ ਕਾਰਨ ਪ੍ਰਮਾਤਮਾ ਤੋਂ ਦੂਰ ਜਾਣਾ ਹੈ। ਤੋ ਸਾਹਿਬ ਕਹਿੰਦੇ ਜਿੱਦਣ ਤੂੰ ਇਹ ਉਦਮ ਕਰੇਗਾ ਨਿਰੰਕਾਰ ਕੇ ਦੇਸ਼ ਵੱਲ ਨੂੰ ਵਧਣ ਦਾ, ਜਿੱਦਣ ਤੂੰ ਉਦਮ ਕਰੇਗਾ ਸੱਚ ਦੇ ਰਾਹ ਤੇ ਚੱਲਣ ਦਾ, ਤੇ ਸਮਝ ਲਈ ਤੇਰੇ ਭਾਗ ਉਜਵਲ ਹੋ ਗਏ ਨੇ। ਤੂੰ ਵੱਡਿਆਂ ਭਾਗਾਂ ਵਾਲਾ ਬਣ ਗਿਆ ਹੈ।
ਕਿ ਤੇਰੇ ਜੀਵਨ ਦੇ ਵਿੱਚ ਤੇਰਾ ਮਨ ਜਿਹੜਾ ਪਹਿਲਾਂ ਮਾਇਕ ਪਦਾਰਥਾਂ ਨੂੰ ਇਕੱਠਾ ਕਰਨ ਵਿੱਚ ਚੱਲਦਾ ਸੀ, ਹੁਣ ਸੱਚ ਦਾ ਸੌਦਾ ਇਕੱਠਾ ਕਰਨ ਨੂੰ ਤੁਰਿਆ। ਹੁਣ ਨਿਤ ਗੁਰਮਤਿ ਦਾ ਸੌਦਾ ਇਕੱਠਾ ਕਰ ਰਿਹਾ। ਹੁਣ ਪਲ ਪਲ ਹਰ ਘੜੀ ਇਹ ਮਨ ਪ੍ਰਮਾਤਮਾ ਦੀ ਬੰਦਗੀ ਵੱਲ ਨੂੰ ਤੁਰਿਆ। ਹਰ ਵਕਤ ਇਹ ਮਨ ਨਿਰੰਕਾਰ ਦੇ ਨਿਯਮ ਨੂੰ ਪਾਲਣ ਕਰ ਰਿਹਾ ਹੈ, ਸੱਚ ਦੇ ਰਸਤੇ ਤੇ ਤੁਰ ਰਿਹਾ ਹੈ, ਝੂਠ ਜੀਵਨ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਸੰਤ ਸੰਗ, ਸਤਿਗੁਰੂ ਦੀ ਸੰਗਤ ਕੀਤਿਆਂ, ਧੰਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕੀਤਿਆਂ ਸਤਿਗੁਰੂ ਜੀ ਨੇ ਪ੍ਰਮਾਤਮਾ ਨੂੰ ਚੇਤੇ ਕਰਨ ਦੀ ਟੈਕਨੀਕ ਸਮਝਾ ਦਿੱਤੀ ਹੈ। ਕਿਵੇਂ ਹਰ ਵਕਤ ਨਿਰੰਕਾਰ ਨੂੰ ਯਾਦ ਵਿੱਚ ਰੱਖਣਾ ਹੈ। ਕਹਿੰਦੇ ਜਦੋਂ ਇਸ ਤਰੀਕੇ ਦਾ ਜੀਵਨ ਬਣਨ ਲੱਗਾ, ਪਰਮਾਤਮਾ ਜੀ ਬਾਰ-ਬਾਰ ਜੀਵਨ ਦੇ ਵਿੱਚ ਗੁਣ ਬਣ ਕੇ ਵਸਣ ਲੱਗੇ, ਨਿਰੰਕਾਰ ਵਰਗੇ ਸੋਹਣੇ ਗੁਣ ਜੀਵਨ ਵਿੱਚ ਆਉਣ ਲੱਗੇ, ਮਨ ਕਪਟ ਛੱਡ ਕੇ ਦਇਆ ਦੇ ਰਸਤੇ ਤੇ ਤੁਰ ਪਿਆ ਹੈ। ਪਿਆਰ ਭਾਵਨਾ ਹਿਰਦੇ ਵਿੱਚ ਪਿਆਰ ਦੀ ਉਜਾਗਰ ਹੋ ਗਈ ਹੈ। ਤੇ ਕੀ ਹੋਇਆ ਹੈ? ਮਲ ਜਨਮ ਜਨਮ ਕੀ ਕਾਟ। ਜਿਹੜੇ ਬਾਰ-ਬਾਰ ਵਿਕਾਰਾਂ ਦੇ ਵਿੱਚ ਜਨਮ ਲੈ ਕੇ ਜਿਹੜੀਆਂ ਮੰਦ ਕਾਮਨਾਵਾਂ, ਮੰਦ ਵਾਸ਼ਨਾਵਾਂ ਦੀਆਂ ਮੈਲ ਜਿਹੜੀ ਇਸ ਮਨ ਤੇ ਲੱਗੀ ਹੋਈ ਸੀ ਨਾ, ਉਹ ਸਤਿਗੁਰੂ ਜੀ ਨੇ ਧੋ ਦਿੱਤੀ ਹੈ। ਗੁਰੂ ਜੀ ਦੀ ਬਾਣੀ ਨੇ ਉਹ ਮੈਲ ਧੋ ਦਿੱਤੀ ਹੈ, ਉਹ ਮੈਲ ਲਾਹ ਦਿੱਤੀ ਹੈ। ਹੁਣ ਮੰਦੀਆਂ ਵਾਸ਼ਨਾਵਾਂ, ਮੰਦੇ ਖਿਆਲ, ਮੰਦੇ ਵਿਚਾਰ ਇਸ ਮਨ ਵਿੱਚ ਨਹੀਂ ਆਉਂਦੇ, ਕਿਉਂਕਿ ਮਨ ਪਵਿੱਤਰ ਹੁੰਦਾ ਜਾ ਰਿਹਾ ਹੈ, ਨਿਰਮਲ ਹੁੰਦਾ ਜਾ ਰਿਹਾ ਹੈ। ਸੁਣ ਤੇ ਪੁਨੀਤ, ਗੁਰੂ ਜੀ ਦੀ ਗੱਲ ਸੁਣਦਿਆਂ ਪੁਨੀਤ ਹੋ ਗਿਆ ਹੈ, ਕਹਿ ਤੇ ਪਵਿੱਤ। ਹੁਣ ਮੂੰਹ ਦੇ ਵਿੱਚੋਂ ਪਵਿੱਤਰ ਬੋਲ ਨਿਕਲਦੇ ਨੇ। ਹੁਣ ਹਰ ਵਕਤ ਜੀਵਨ ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਕਦੋਂ? ਸਤਿਗੁਰ ਰਿਹਾ ਭਰਪੂਰੇ, ਜਦੋਂ ਸਤਿਗੁਰ ਭਰਪੂਰ ਮੇਰੇ ਜੀਵਨ ਦੇ ਵਿੱਚ ਆ ਵਸਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਹੇ ਨਾਨਕ ਜੀ, ਮੈਂ ਬੇਨਤੀ ਕਰਦਾ, ਜਦੋਂ ਤੋਂ ਮੈਂ ਤੁਹਾਡੇ ਸ਼ਬਦ ਨਾਲ ਜੁੜਿਆ, ਗੁਰੂ ਦੀ ਮੱਤ ਮੇਰੇ ਜੀਵਨ ਵਿੱਚ ਆਉਣ ਲੱਗੀ ਹੈ, ਹੁਣ ਸੱਚ ਦੇ ਵਾਜੇ ਮੇਰੇ ਹਿਰਦੇ ਵਿੱਚ ਵੱਜਣ ਲੱਗੇ ਨੇ, ਗਿਆਨ ਦੇ ਵਾਜੇ ਮੇਰੇ ਹਿਰਦੇ ਵਿੱਚ ਵੱਜਣ ਲੱਗੇ ਨੇ। ਅਗਿਆਨਤਾ ਮਿਟਣ ਲੱਗੀ ਹੈ, ਪਾਖੰਡ ਭਰਮ ਇਹ ਸਭ ਜੀਵਨ ਵਿੱਚੋਂ ਮਿਟਦਾ ਜਾ ਰਿਹਾ ਹੈ। ਹੁਣ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਚਰਿੱਤਰ, ਸਾਫ਼ ਨਜ਼ਰ ਆ ਰਹੀ ਹੈ ਫੋਟੋ ਕਿ ਤੁਹਾਡੇ ਨਾਲ ਇੱਕ ਮਿਕ ਹੋਣਾ ਹੈ। ਹੁਣ ਜਿਹੜਾ ਜੀਵਨ ਵਿੱਚ ਧੁੰਦਲਾਪਨ ਸੀ ਨਾ, ਕਿ ਨਜ਼ਰ ਨਹੀਂ ਸੀ ਆ ਰਿਹਾ ਕਿ ਜੀਵਨ ਕਿਸ ਤਰ੍ਹਾਂ ਦਾ ਜਿਉਣਾ ਹੈ, ਹੁਣ ਇਹ ਖਤਮ ਹੋ ਗਿਆ। ਹੁਣ ਬਿਲਕੁਲ ਸਾਫ਼ ਹੈ ਆਪਣੇ ਜੀਵਨ ਦਾ ਮੰਜ਼ਿਲ ਕਿ ਇਸ ਸਰੀਰ ਨੂੰ ਪ੍ਰਾਪਤ ਕਰਕੇ ਪਰਮਾਤਮਾ ਨਾਲ ਇੱਕ ਮਿਕ ਹੋਣਾ ਹੈ। ਮੇਰੇ ਮਨ ਮੇਰੇ ਰਾਮ ਨਾਮ ਜਪ ਜਾਪ। ਫਿਰ ਹੇ ਮੇਰੇ ਮਨ, ਐਸੇ ਸੋਹਣੇ ਪ੍ਰਮਾਤਮਾ ਨੂੰ ਨਾ ਭੁਲਾ, ਉਹਨੂੰ ਸਦਾ ਚੇਤੇ ਰੱਖ। ਮਨ ਇੱਛੇ ਫਲ ਪੁੰਚ ਤੋਂ, ਸਭ ਚੂਕੈ ਸੋਗ ਸੰਤਾਪ। ਕਿਉਂਕਿ ਪ੍ਰੀਤਮ ਨੂੰ ਯਾਦ ਕੀਤਿਆਂ, ਵਾਹਿਗੁਰੂ ਦੇ ਹੁਕਮ ਦੀ ਬਰਕਤ ਦੇ ਨਾਲ ਉਹਨੂੰ ਚੇਤੇ ਕੀਤਿਆਂ, ਤੇਰਾ ਮਨ ਟਿਕਾਵ ਦੇ ਵਿੱਚ ਆ ਜਾਵੇਗਾ, ਖੇੜੇ ਵਿੱਚ ਆ ਜਾਵੇਗਾ। ਮਨ ਦੀਆਂ ਇੱਛਾਵਾਂ ਫਿਰ ਸੱਚ ਨੂੰ ਮਿਲਦੀਆਂ ਬਣ ਜਾਣਗੀਆਂ, ਪਰਮਾਤਮਾ ਵਰਗੇ ਗੁਣ ਆਪਣੇ ਜੀਵਨ ਵਿੱਚ ਵਸਾਉਣ ਦੀਆਂ ਬਣ ਜਾਣਗੀਆਂ। ਤੇਰੀਆਂ ਸਾਰੀਆਂ ਇਹ ਇੱਛਾਵਾਂ ਮੁਕੰਮਲ ਹੋ ਜਾਣਗੀਆਂ। ਤੇ ਕੀ ਹੋਵੇਗਾ? ਚੂਕੈ ਸੋਗ ਸੰਤਾਪ। ਤੇ ਤੇਰੇ ਜੀਵਨ ਵਿੱਚੋਂ ਡਰ, ਸਹਿਮ, ਵਹਿਮ ਭਰਮ ਸਭ ਦੂਰ ਹੋ ਜਾਣਗੇ। ਰਹਾਓ। ਅਗਲਾ ਬੰਦ ਹੈ ਪਾਵਨ ਸ਼ਬਦ ਦਾ। ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ। ਸਭ ਕਹਿੰਦੇ ਜਿਸ ਜੀਵਨ ਦੇ ਮਕਸਦ ਵਾਸਤੇ, ਜਿਸ ਜੀਵਨ ਦੇ ਮਨੋਰਥ ਵਾਸਤੇ ਪਰਿਪੂਰਨ ਪ੍ਰਮਾਤਮਾ ਨੇ ਆ ਤਨ ਦਿੱਤਾ ਹੈ, ਆ ਜਿਸਮ ਦਿੱਤਾ ਹੈ, ਸਰੀਰ ਦਿੱਤਾ ਹੈ। ਹੁਣ ਸਮਝ ਆ ਗਈ ਹੈ ਕਿ ਇਸ ਸਰੀਰ ਨੂੰ ਲੈ ਕੇ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੈ। ਹੁਣ ਜੀਵਨ ਦਾ ਅਸਲੀ ਮਕਸਦ, ਅਸਲੀ ਮਨੋਰਥ ਸਮਝ ਆ ਗਿਆ ਹੈ। ਜਿਸ ਕਾਰਨ ਤਨ ਧਾਰਿਆ, ਜਿਸ ਮਨੋਰਥ ਵਾਸਤੇ ਇਹ ਜੀਵਨ ਮਿਲਿਆ ਹੈ, ਹੁਣ ਬਿਲਕੁਲ ਸਾਫ਼ ਨਜ਼ਰ ਆਉਣ ਲੱਗ ਪਿਆ। ਕਾਹਤੋਂ ਮਿਲਿਆ ਹੈ? ਸਭ ਕਹਿੰਦੇ ਦੁਰਲਭ ਦੇ ਪਾਈ ਵੱਡ ਭਾਗੀ। ਵੱਡਿਆਂ ਭਾਗਾਂ ਦੇ ਨਾਲ ਇਹ ਮਨੁੱਖਤਾ ਦਾ ਜੀਵਨ ਮਿਲਿਆ ਹੈ, ਜਿਹਦੇ ਵਿੱਚ ਕੰਨ ਮਿਲੇ ਨੇ ਸੁਣਨ ਲਈ, ਅੱਖਾਂ ਵੇਖਣ ਲਈ ਮਿਲੀਆਂ ਨੇ, ਜੀਭਾ ਬੋਲਣ ਲਈ ਮਿਲੀ ਹੈ। ਹੀਰੇ ਵਰਗਾ ਤਨ, ਹੀਰੇ ਜੈਸਾ ਜਨਮ ਹੈ, ਹੀਰੇ ਵਰਗਾ ਜਨਮ ਮਿਲਿਆ ਹੈ। ਹੁਣ ਸਮਝ ਪੈ ਗਈ ਜੀਵਨ ਕਿਉਂ ਮਿਲਿਆ ਹੈ।
ਭਜੋ ਗੋਬਿੰਦ ਭੂਲ ਮਤ ਜਾਓ। ਮਤ ਕਿਤੇ ਭੁੱਲ ਜਾਵੇਂ ਤੇਰੇ ਜੀਵਨ ਚੋਂ। ਤੇਰੇ ਜੀਵਨ ਦਾ ਆਧਾਰ ਪ੍ਰਮਾਤਮਾ ਹੈ। ਪ੍ਰਮਾਤਮਾ ਹੈ, ਇੱਕ ਅਕਾਲ ਪੁਰਖ ਹੈ ਜਿਹਨੇ ਤੈਨੂੰ ਜੀਵਨ ਦਿੱਤਾ ਹੈ। ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਮਨੁੱਖ ਦੀ ਗੁਲਾਮੀ ਦਾ ਕਾਰਨ ਆ ਡਰ। ਮਨੁੱਖ ਦੀ ਗੁਲਾਮੀ ਦਾ ਕਾਰਨ ਆ ਭਰਮ। ਜਿੱਦਣ ਭਰਮ ਤੇ ਡਰ ਜੀਵਨ ਦੇ ਵਿੱਚੋਂ ਮੁੱਕ ਜਾਂਦਾ ਹੈ ਨਾ, ਮਨੁੱਖ ਦੀ ਗੁਲਾਮੀ ਮਿਟ ਜਾਂਦੀ ਹੈ। ਜਦ ਤੱਕ ਕਿਸੇ ਦੇ ਡਰ ਤੇ ਭਰਮ ਵਿੱਚ ਮਨੁੱਖ ਰਹਿ ਰਿਹਾ, ਗੁਲਾਮੀ ਕਰ ਰਿਹਾ। ਤੇ ਜਿੱਦਣ ਇਹ ਭਰਮ ਤੇ ਡਰ ਜੀਵਨ ਵਿੱਚੋਂ ਮਿਟ ਜਾਂਦੇ ਨੇ, ਉਦਣ ਬਾਗੀ ਹੋ ਜਾਂਦਾ ਹੈ, ਰੇਬਲ ਬਣ ਜਾਂਦਾ ਹੈ, ਬਾਗੀ ਬਣ ਜਾਂਦਾ ਹੈ ਤੇ ਬਗਾਵਤ ਕਰ ਦਿੰਦਾ ਹੈ ਤਮਾਮ ਉਹਨਾਂ ਅਵਗੁਣਾਂ ਦੇ ਖਿਲਾਫ, ਤਮਾਮ ਉਹਨਾਂ ਅਨਿਆਂ ਦੇ ਖਿਲਾਫ। ਤੇ ਜਿਹੜਾ ਅਨਿਆਂ ਦੇ ਖਿਲਾਫ ਆਵਾਜ਼ ਚੁੱਕਦਾ ਹੈ, ਉਹੀ ਗੁਰੂ ਨਾਨਕ ਦਾ ਸਿੱਖ ਹੈ। ਕਿਉਂਕਿ ਸਤਿਗੁਰੂ ਜੀ ਨੇ ਚੌਂਕੜੇ ਮਾਰ ਕੇ ਭੋਰਿਆਂ ਦੇ ਵਿੱਚ ਨਹੀਂ ਬਿਠਾਇਆ। ਸਤਿਗੁਰੂ ਜੀ ਨੇ ਚੌਂਕੜੇ ਮਾਰ ਕੇ ਤਪ ਸਾਧਨਾ ਦੇ ਵਾਲੇ ਬੰਨੇ ਨਹੀਂ ਲਾਇਆ। ਇਹ ਤੇ ਆਲਰੇਡੀ ਲੋਕ ਕਰ ਰਹੇ ਸਨ। ਸਤਿਗੁਰੂ ਕਹਿੰਦੇ, ਜਦੋਂ ਮੈਂ ਹੈਰਾਨ ਹੋਇਆ ਬਾਬਰ ਦੇ ਆਉਣ ਦੇ ਹਮਲੇ ਦੀਆਂ ਜਦੋਂ ਗੱਲਾਂ ਸਮਝਦਾ, ਵੇਖਦਾ, ਕਹਿੰਦੇ ਇਹਨਾਂ ਲੋਕਾਂ ਨੇ ਬਹੁਤ ਭਰਮ ਫੈਲਾਇਆ ਸੀ, ਬੜਾ ਪਖੰਡ ਪਾਇਆ ਸੀ। ਚੌਂਕੜੇ ਮਾਰ ਲਓ, ਜਪਣ ਲੱਗ ਪਓ ਪਰਮਾਤਮਾ ਦਾ ਨਾਮ, ਮੁਗਲ ਅੰਨੇ ਹੋ ਜਾਣਗੇ। ਅੱਜ ਵੀ ਇੰਝ ਹੀ ਕੀਤਾ ਜਾ ਰਿਹਾ ਹੈ। ਚੌਂਕੜੇ ਮਾਰ ਲਓ, ਜਪ ਲਓ ਇੰਨੇ ਸ਼ਬਦਾਂ ਦੇ ਰਾਗ, ਤੁਸੀਂ ਆਜ਼ਾਦ ਹੋ ਜਾਓਗੇ। ਇਵੇਂ ਨਹੀਂ ਆਜ਼ਾਦੀ ਮਿਲਣੀ। ਆਜ਼ਾਦੀ ਮਿਲਣੀ ਹੈ ਜੇ ਚਾਹੁੰਦੇ ਆ ਆਜ਼ਾਦ ਹੋਣਾ, ਜੇ ਚਾਹੁੰਦੇ ਆ ਗੁਲਾਮੀ ਦੀਆਂ ਬੇੜੀਆਂ ਤੋੜਨੀਆਂ, ਫਿਰ ਆਜ਼ਾਦ ਪਹਿਲਾਂ ਆਪਣੇ ਆਪ ਤੇ ਹੋਣਾ ਪਵੇਗਾ। ਆਪਣੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋਣਾ ਪਏਗਾ, ਆਪਣੀਆਂ ਮਜਬੂਰੀਆਂ ਤੋਂ ਆਜ਼ਾਦ ਹੋਣਾ ਪਏਗਾ, ਆਪਣੇ ਗੰਦੇ ਸੁਭਾਅ ਤੋਂ ਆਜ਼ਾਦ ਹੋਣਾ ਪਵੇਗਾ, ਆਪਣੇ ਕ੍ਰੋਧ, ਵਿਕਾਰ, ਲੋਭ, ਹੰਕਾਰ ਤੋਂ ਆਜ਼ਾਦ ਹੋਣਾ ਪਵੇਗਾ, ਕਾਮ ਵਾਸ਼ਨਾਵਾਂ ਤੋਂ ਆਜ਼ਾਦ ਹੋਣਾ ਪਵੇਗਾ। ਜਿੱਦਣ ਅਸੀਂ ਪੂਰਨ ਤੌਰ ਤੇ ਆਪਣੀ ਆਤਮਾ ਨੂੰ ਆਪਣੇ ਸਰੀਰ ਵਿੱਚ ਆਜ਼ਾਦ ਕਰ ਲਵਾਂਗੇ ਨਾ, ਉਦਣ ਆਜ਼ਾਦੀ ਦੀ ਖੁਸ਼ਬੂ ਆਉਣ ਲੱਗ ਪਵੇਗੀ, ਦੂਜਿਆਂ ਦੇ ਦੁੱਖ ਦਿਸਣ ਲੱਗ ਪੈਣਗੇ। ਮਨੁੱਖ ਗੁਲਾਮ ਹੈ ਆਪਣੀਆਂ ਸੋਚਾਂ ਦਾ। ਤੋ ਸਾਹਿਬ ਕਹਿੰਦੇ, ਸਮਝ ਲਾ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ। ਹੁਣ ਬਿਲਕੁਲ ਸਾਫ਼ ਸੁਥਰੀ ਗੱਲ ਗੁਰਮਤਿ ਦੀ ਸਮਝ ਆ ਗਈ ਹੈ। ਇਹ ਤਨ ਮਿਲਿਆ, ਇਹ ਮਨੁੱਖਾ ਜੀਵਨ ਮਿਲਿਆ ਪਰਿਪੂਰਨ ਪ੍ਰਮਾਤਮਾ ਨਾਲ ਇਕਮਿਕ ਹੋਣ ਵਾਸਤੇ। ਹੁਣ ਇਹ ਜੀਵਨ ਦਾ ਸਾਰਾ ਮਨੋਰਥ ਸਮਝ ਆ ਗਿਆ ਹੈ। ਹੁਣ ਇਹ ਸਮਝ ਪੈ ਗਈ ਹੈ, ਉਹ ਪਰਿਪੂਰਨ ਪ੍ਰਮਾਤਮਾ ਮੇਰੇ ਨਾਲ ਹੈ, ਜਿਹਦੇ ਨਾਲ ਮੈਂ ਸ਼ਾਮਿਲਿਤ ਹੋਣਾ ਹੈ, ਜਿਹਦੇ ਨਾਲ ਮੈਂ ਆਪਣੇ ਆਪ ਨੂੰ ਜੋੜਨਾ ਹੈ। ਉਹ ਮੇਰੇ ਅੰਗ ਸੰਗ ਹੈ, ਉਹ ਮੇਰੇ ਤੋਂ ਦੂਰ ਨਹੀਂ ਹੈ। ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਉਹ ਮੇਰਾ ਸੋਹਣਾ ਰੱਬ, ਮੇਰਾ ਸੁਆਮੀ, ਮੇਰੀਆਂ ਸਵਾਸਾਂ ਦਾ ਮਾਲਕ, ਮੇਰਾ ਪ੍ਰਮਾਤਮਾ ਜੀ ਜਲ ਦੇ ਵਿੱਚ, ਥਲ ਵਿੱਚ, ਹਰ ਪਲ, ਹਰ ਜਗ੍ਹਾ, ਹਰ ਘੜੀ, ਜਲ ਸਮੁੰਦਰ 'ਚ, ਥਲ ਧਰਤੀ, ਸਭ ਜਗ੍ਹਾ ਮਹੀਲ। ਮਹੀਲ ਦਾ ਅਰਥ ਹੈ ਮਾਹੀ ਤਲ, ਧਰਤੀ, ਸਭ ਜਗ੍ਹਾ ਮੇਰਾ ਪਰਿਪੂਰਨ ਪ੍ਰਮਾਤਮਾ ਵਸਿਆ ਹੋਇਆ ਹੈ, ਪੂਰਿਆ ਵਸਿਆ ਹੋਇਆ ਹੈ। ਪ੍ਰਭ ਆਪਣੀ ਨਜ਼ਰ ਨਿਹਾਲ। ਹੇ ਫਿਰ ਪਰਿਪੂਰਨ ਪ੍ਰਮਾਤਮਾ ਜੀ, ਤੁਸੀਂ ਆਪਣੀ ਨਜ਼ਰ ਦਾ ਮੈਨੂੰ ਪਾਤਰ ਬਣਾਓ, ਬਖਸ਼ਿਸ਼ ਕਰੋ, ਮੈਂ ਤੁਹਾਡੀ ਨਜ਼ਰ ਦਾ ਪਾਤਰ ਬਣ ਜਾਵਾਂ। ਤੁਸੀਂ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰ ਦਿਓ ਤੇ ਮੇਰੇ ਇਸ ਜੀਵਨ ਨੂੰ ਵਿਕਾਰਾਂ ਤੇ ਕੂੜ ਕਬਾੜੇ ਚੋਂ ਬਾਹਰ ਕੱਢ ਕੇ ਆਪਣੇ ਨਾਲ ਜੋੜ ਲਿਓ। ਅਗਲੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ। ਮਨ ਤਨ ਨਿਰਮਲ ਹੋਇਆ, ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਜਦੋਂ ਜੀਵਨ ਦਾ ਮਕਸਦ ਸਮਝ ਆ ਗਿਆ ਨਾ ਕਿ ਮੈਂ ਇੱਥੇ ਮਾਇਆ ਜੋੜਨ ਲਈ ਨਹੀਂ ਆਇਆ, ਮੈਂ ਇੱਥੇ ਛੜਯੰਤਰ ਕਰਨ ਲਈ ਨਹੀਂ ਆਇਆ, ਮੈਂ ਇੱਥੇ ਧੋਖਾ ਫਰੇਬ ਵਿੱਚ ਪੈਣ ਲਈ ਨਹੀਂ ਆਇਆ, ਮੇਰੇ ਜੀਵਨ ਦਾ ਮਕਸਦ ਪਰਮਾਤਮਾ ਨਾਲ ਇਕਮਿਕ ਹੋਣਾ ਹੈ। ਕਹਿੰਦੇ ਹੁਣ ਕੀ ਹੋਇਆ? ਮਨ ਤਾਂ ਨਿਰਮਲ ਹੋਇਆ। ਮਨ ਤੇ ਤਨ ਇਹ ਨਿਰਮਲ ਹੋਣ ਲੱਗ ਪਏ। ਹੁਣ ਮਨ ਨਿਰਮਲ ਹੈ, ਤਨ ਅਪਰਾਧ ਨਹੀਂ ਕਰ ਰਿਹਾ। ਮਨ ਮੈਲਾ ਹੈ, ਤਨ ਅਪਰਾਧੀ ਬਣੇਗਾ। ਮਨ ਦੇ ਵਿੱਚ ਵਿਕਾਰ ਨੇ, ਤਨ ਅਪਰਾਧ ਕਰੇਗਾ। ਮਨ ਵਿੱਚ ਬੁਰੇ ਖਿਆਲ ਨੇ, ਤਨ ਅਪਰਾਧ ਕਰੇਗਾ। ਮਨ ਵਿੱਚ ਕ੍ਰੋਧ ਹੈ, ਤਨ ਅਪਰਾਧੀ ਹੋਵੇਗਾ। ਕਿਉਂਕਿ ਪਹਿਲਾਂ ਮਨ ਅਪਰਾਧ ਕਮਾਉਂਦਾ ਹੈ, ਫਿਰ ਤਨ ਅਪਰਾਧ ਕਰਦਾ ਹੈ। ਮਨ ਚਿਤਵਦਾ ਹੈ, ਤਨ ਉਸ ਨੂੰ ਮੰਜ਼ਿਲ ਤੇ ਲੈ ਕੇ ਜਾਂਦਾ ਹੈ। ਹੁਣ ਮੇਰੇ ਮਨ ਵਿੱਚ ਖਿਆਲ ਆਇਆ ਹੈ, ਮੈਂ ਅੱਜ ਆਪਣੇ ਦੁਸ਼ਮਣ ਦਾ ਸਿਰ ਲਾਉਣਾ ਹੈ, ਇਹ ਖਿਆਲ ਹੈ। ਹੁਣ ਤਨ ਤੁਰ ਪਿਆ ਹੈ ਉਹ ਅਪਰਾਧ ਕਰਨ ਨੂੰ। ਮਨ ਨੇ ਜੋ ਸੋਚਿਆ ਹੈ ਉਹ ਕਰਾਉਂਦਾ ਹੈ ਤਨ ਤੋਂ।
ਜੇ ਮਨ ਦੇ ਵਿੱਚ ਨਿਰਮਲ ਵਿਚਾਰ ਹੋਣਗੇ, ਮਨ ਵਿੱਚ ਖਿਆਲ ਹੈ ਮੈਂ ਦੂਜੇ ਦੀ ਅਵਗੁਣ ਮਾਫ ਕਰ ਦੇਣੇ ਨੇ, ਮਨ ਦਾ ਇਹ ਖਿਆਲ ਹੈ ਛੱਡ ਪਰੇ, ਕਿਸੇ ਨਾਲ ਈਰਖਾ ਨਹੀਂ ਕਰਨੀ, ਆਪਾਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਆਪਾਂ ਕਿਸੇ ਦੀ ਨਿੰਦਾ ਨਹੀਂ ਕਰਨੀ, ਆਪਾਂ ਕਿਸੇ ਦੀ ਚਾਪਲੂਸੀ ਨਹੀਂ ਕਰਨੀ। ਹੁਣ ਇਹ ਮਨ ਕਹਿ ਰਿਹਾ ਹੈ, ਹੁਣ ਤਨ ਕਹਿੰਦਾ ਠੀਕ ਹੈ, ਹੁਣ ਤਨ ਦੀ ਬੋਡੀ ਲੈਂਗੁਏਜ ਬਦਲ ਗਈ ਹੈ। ਮਨ ਚਾਹੁੰਦਾ ਹੈ ਆ ਫਲਾਣੇ ਮਨੁੱਖ ਦੀ ਚਾਪਲੂਸੀ ਕਰ, ਤਨ ਦੀ ਬੋਡੀ ਲੈਂਗੁਏਜ ਬਦਲ ਗਈ ਹੈ, ਹੁਣ ਤਨ ਚਾਪਲੂਸ ਬਣ ਕੇ ਜੀਵਨ ਜੂ ਰਿਹਾ। ਪਰ ਜਦੋਂ ਮਨ ਵਿੱਚ ਇਹ ਸਮਝ ਆ ਗਈ ਹੈ ਕਿ ਮੈਂ ਗੁਰੂ ਨਾਨਕ ਦਾ ਬੱਚਾ ਵਾਂ, ਗੁਰੂ ਨਾਨਕ ਦਾ ਪੁੱਤਰ ਹਾਂ, ਮੈਂ ਪੱਥਰਾਂ ਦਾ ਪੁਜਾਰੀ ਨਹੀਂ, ਮੈਂ ਮੜੀਆਂ ਦਾ ਪੁਜਾਰੀ ਨਹੀਂ, ਮੈਂ ਦੇਹਧਾਰੀ ਦਾ ਪੁਜਾਰੀ ਨਹੀਂ, ਮੈਂ ਕਬਰਾਂ ਦਾ ਪੁਜਾਰੀ ਨਹੀਂ, ਮੈਂ ਕਰਮ ਕਾਂਡਾਂ ਪਖੰਡਾਂ ਵਰਤਾਂ ਸ਼ਰਤਾਂ ਦਾ ਪੁਜਾਰੀ ਨਹੀਂ, ਮੈਂ ਕੇਵਲ ਤਾਂ ਕੇਵਲ ਪੁਜਾਰੀ ਗੁਰਬਾਣੀ, ਗੁਰੂ ਸਿਧਾਂਤ, ਗੁਰੂ ਸ਼ਬਦ ਦਾ ਵਾਂ। ਹੁਣ ਤਨ ਦੀ ਬੋਡੀ ਲੈਂਗੁਏਜ ਬਦਲ ਗਈ ਹੈ। ਹੁਣ ਤਨ ਦਾ ਝੁਕਾਵ ਨਾ ਕਿਸੇ ਕਰਮ ਕਾਂਡ ਵੱਲ ਹੋਵੇਗਾ, ਨਾ ਕਿਸੇ ਪਖੰਡ ਵੱਲ ਹੋਵੇਗਾ। ਗੱਲ ਸਮਝਣ ਦੀ ਹੈ। ਮਨ ਨੂੰ ਸਮਝਾ ਰਿਹਾ ਜਾ ਰਿਹਾ ਹੈ ਕਿ ਮਨ ਆਪਣੀ ਹਰਕਤਾਂ ਬਦਲ ਲਵੇ, ਤਨ ਆਪਣੇ ਆਪ ਬਦਲ ਜਾਵੇਗਾ। ਤੋ ਜਦੋਂ ਮਨ ਗੁਰਮਤਿ ਤੇ ਤੁਰਿਆ, ਜਦੋਂ ਮਨ ਦੀ ਚਾਲ ਬਦਲੀ, ਮਨ ਦੀ ਸੁਭਾਅ ਬਦਲਿਆ, ਮਨ ਗੁਰਮਤਿ ਦੀ ਕਸਵੱਟੀ ਤੇ ਤੁਰਨ ਲੱਗਾ, ਤਨ ਵੀ ਬਦਲ ਗਿਆ। ਮਨ ਨਿਰਮਲ ਹੋਇਆ, ਤਨ ਵੀ ਨਿਰਮਲ ਹੋ ਗਿਆ। ਲਾਗੀ ਸਾਚ ਪ੍ਰੀਤ, ਹਿਰਦੇ ਦੇ ਵਿੱਚ ਸੱਚੀ ਤੇ ਸੁੱਚੀ ਪ੍ਰੀਤ ਪਰਮਾਤਮਾ ਦੀ ਬਣ ਗਈ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤੇ ਨਹੀਂ ਕੀਤ। ਚਰਨ ਭਜੇ, ਹੁਣ ਚਰਨ ਭਜੇ ਦਾ ਅਰਥ ਹੈ ਚਰਨਾਂ ਨੂੰ ਜਪਿਆ। ਹੁਣ ਚਰਨ ਜਪੇ ਕਿਸ ਤਰ੍ਹਾਂ ਜਾਣਗੇ? ਇਹਦਾ ਮਤਲਬ ਵੀ ਚਰਨ ਗੁਰੂ ਦਾ ਸ਼ਬਦ ਆ, ਗੁਰੂ ਦੇ ਸ਼ਬਦ ਨੂੰ ਚੇਤੇ ਕਰਨਾ। ਚਰਨ ਭਜੇ ਪਾਰ ਬ੍ਰਹਮ ਕੇ, ਪਰਮਾਤਮਾ ਦੇ ਸ਼ੁਭ ਗੁਣਾ ਰੂਪੀ ਚਰਨਾਂ ਦੇ ਵਿੱਚ ਹੁਣ ਚਿੱਤ ਜੋੜ ਲਿਆ, ਸੇਵਾ ਕੀਤੀ ਜਾ ਰਹੀ ਹੈ। ਕਿਹਦੀ? ਪਰਮਾਤਮਾ ਦੀ, ਪਰਮਾਤਮਾ ਦੇ ਚਰਨਾਂ ਦੀ। ਪਰਮਾਤਮਾ ਦੇ ਚਰਨ ਕਿਹੜੇ ਨੇ? ਪਰਮਾਤਮਾ ਦੇ ਗੁਣ, ਗੁਣ ਪਰਮਾਤਮਾ ਦੇ ਚਰਨ ਨੇ। ਪਰਮਾਤਮਾ ਇਨਵਿਜ਼ੀਬਲ ਹੈ, ਉਹ ਦਿਸਦਾ ਨਹੀਂ ਹੈ। ਪਰਮਾਤਮਾ ਵਿਜ਼ੀਬਲ ਨਹੀਂ ਹੈ, ਇਨਵਿਜ਼ੀਬਲ ਹੈ, ਮੇਰੇ ਵਿਜ਼ਨ ਤੋਂ ਬਾਹਰ ਹੈ, ਮੇਰੀ ਸੋਚ ਤੋਂ ਪਰੇ ਹੈ, ਮੇਰੀ ਸਮਝ ਤੋਂ ਪਰੇ ਹੈ। ਫਿਰ ਉਹਦੇ ਤੇ ਚਰਨ ਹੀ ਕੋਈ ਨਹੀਂ ਗੇ, ਨਾ ਕੋਈ ਉਹਦਾ ਰੂਪ ਆ, ਨਾ ਕੋਈ ਉਹਦਾ ਰੰਗ ਆ। ਫਿਰ ਉਹਦੇ ਮੈਂ ਚਰਨਾਂ ਨੂੰ ਕਿਵੇਂ ਜਪਾਂਗਾ? ਤੋ ਸਤਿਗੁਰੂ ਨੂੰ ਪੁੱਛਿਆ, ਸਾਹਿਬ ਜੀ ਕਹਿੰਦੇ ਚਰਨ ਕੀ ਹੈ? ਸ਼ਬਦ ਨੇ, ਪਰਮਾਤਮਾ ਦੇ ਗੁਣ ਨੇ। ਸ਼ਬਦ ਤੋਂ ਮੈਂ ਪਰਮਾਤਮਾ ਦੇ ਗੁਣਾਂ ਨੂੰ ਸਮਝ ਰਿਹਾ, ਤੇ ਉਹ ਗੁਣਾਂ ਨੂੰ ਜੀਵਨ 'ਚ ਵਸਾਉਣਾ ਹੈ। ਪਾਰ ਬ੍ਰਹਮ ਕੇ, ਜਦੋਂ ਮੈਂ ਪਰਮਾਤਮਾ ਦੇ ਸ਼ੁਭ ਗੁਣਾ ਰੂਪੀ ਹੁਕਮ ਨੂੰ ਜੀਵਨ 'ਚ ਵਸਾਇਆ, ਉਹਦੇ ਗੁਣਾਂ ਤੇ ਤੁਰਨ ਲੱਗਾ, ਮਨ ਵਿੱਚ ਗੁਰੂ ਸ਼ਬਦ ਦੇ ਚਰਨ ਟਿਕਣ ਲੱਗੇ। ਸਭ ਜਪ ਤਪ ਤਿਨਿ ਹੀ ਕੀਤ, ਸਾਰੇ ਜਪ, ਸਾਰੇ ਤਪ, ਤੀਰਥਾਂ ਦਾ ਭ੍ਰਮਣ, ਸਾਰੇ ਤਰੀਕੇ ਦੇ ਕੀਤੇ ਹੋਏ ਕਰਮ ਕਾਂਡ ਸਭ ਖਤਮ ਹੋ ਗਏ ਨੇ, ਕਿਉਂਕਿ ਮੇਰੇ ਪਾਰ ਬ੍ਰਹਮ ਦੇ ਹੁਕਮ ਦੇ ਬਰਾਬਰ ਸਭ ਤੁੱਛ ਨੇ। ਜਦੋਂ ਇਹ ਸਮਝ ਪਈ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰਿਆ, ਤੇ ਸਾਹਿਬ ਕਹਿੰਦੇ ਮੰਨ ਲਓ ਸਾਰੇ ਜਪ ਤਪ, ਸਾਰੇ ਕਰਮ ਜਿਹੜੇ ਨੇ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰਨ ਬਰਾਬਰ ਨੇ। ਕੋਈ ਲੋੜ ਨਹੀਂ ਸਿੱਖ ਨੂੰ ਕਿਸੇ ਤੀਰਥਾਂ ਤੇ ਭ੍ਰਮਣ ਕਰਨ ਦੀ, ਕੋਈ ਲੋੜ ਨਹੀਂ ਸਿੱਖ ਨੂੰ ਕੋਈ ਵਰਤ ਰੱਖਣ ਦੀ, ਕੋਈ ਲੋੜ ਨਹੀਂ ਕਿਸੇ ਦੇਵੀ ਦੇਵਤੇ ਦੇ ਪੈਰਾਂ ਵਿੱਚ ਪੈਣ ਦੀ, ਕੋਈ ਲੋੜ ਨਹੀਂ ਕਬਰਾਂ ਦੀ ਪੂਜਾ ਕਰਨ ਦੀ, ਕੋਈ ਲੋੜ ਨਹੀਂ ਮੜੀਆਂ ਮਸਾਨਾਂ ਤੇ ਜਾਣ ਦੀ, ਕੋਈ ਲੋੜ ਨਹੀਂ ਕੋਤਰੀਆਂ ਰੱਖਣ ਦੀ। ਸਾਫ਼ ਸ਼ਬਦ ਨੇ ਗੁਰਬਾਣੀ ਦੇ, ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ। ਸਤਿਗੁਰੂ ਕਹਿੰਦੇ ਸਾਰੇ ਬਰਾਬਰ ਮਹਾਤਮ ਆ, ਸਿੱਖ ਨੂੰ ਕੋਈ ਪਖੰਡ ਕਰਨ ਦੀ ਲੋੜ ਨਹੀਂ। ਰਤਨ ਜਵੇ ਹਰਮਾਨ ਕਾ, ਅੰਮ੍ਰਿਤ ਹਰ ਕਾ ਨਾਉ। ਮਾਣਕਾ ਦਾ ਅਰਥ ਆ ਮੋਤੀ, ਅੰਮ੍ਰਿਤ ਦਾ ਅਰਥ ਆ ਅਟਲ ਆਤਮਿਕ ਜੀਵਨ ਦੇਣ ਵਾਲੇ। ਪਰਿਪੂਰਨ ਪਰਮਾਤਮਾ ਦਾ ਜਿਹੜਾ ਸ਼ਬਦ ਆ ਨਾ, ਜਿਹੜਾ ਹੁਕਮ ਆ, ਜੋ ਗੁਰਮਤਿ ਗੁਰਬਾਣੀ ਚੋਂ ਸਾਨੂੰ ਸਮਝ ਆ ਰਿਹਾ ਹੈ, ਜੋ ਸਤਿਗੁਰੂ ਜੀ ਸਮਝਾ ਰਹੇ ਨੇ, ਸਭ ਕਹਿੰਦੇ ਜੇ ਇਹਨੂੰ ਜੀਵਨ ਵਿੱਚ ਫੋਲੋ ਕਰਨ ਲੱਗ ਪਵੇਂ ਨਾ, ਗੁਰੂ ਦੀ ਮੱਤ ਤੇ ਤੁਰਨ ਲੱਗ ਪਵੇਂ, ਤੂੰ ਆਤਮਿਕ ਤੌਰ ਤੇ ਮਜ਼ਬੂਤ ਹੋ ਜਾਵੇਗਾ। ਮਨੁੱਖ ਦਾ ਡਰ ਹੀ ਆ ਨਾ ਜੋ ਮਨੁੱਖ ਨੂੰ ਆਤਮਿਕ ਤੌਰ ਤੇ ਕਮਜ਼ੋਰ ਕਰਦਾ ਹੈ। ਮਨੁੱਖ ਕਦੋਂ ਕਮਜ਼ੋਰ ਹੁੰਦਾ ਹੈ? ਜਦੋਂ ਉਹਦਾ ਮਨ ਡਰ ਜਾਂਦਾ ਹੈ, ਮਨ ਵਿੱਚ ਭਰਮ ਆ ਜਾਂਦਾ ਹੈ, ਦੁਬਿਧਾ ਆ ਜਾਂਦੀ ਹੈ, ਕਨਫਿਊਜ਼ਨ ਆ ਜਾਂਦੀ ਹੈ। ਤੇ ਜਦੋਂ ਇਹ ਕਨਫਿਊਜ਼ਨਸ ਕਲੀਅਰ ਹੋ ਜਾਣ, ਦੁਬਿਧਾਵਾਂ ਮੁੱਕ ਜਾਣ, ਡਰ ਮੁੱਕ ਜਾਣ, ਫਿਰ ਮਨ ਚੜ੍ਹਦੀ ਕਲਾ ਵਿੱਚ ਚਲ ਜਾਂਦਾ ਹੈ।
ਉਹ ਆਤਮਿਕ ਜੀਵਨ ਦੇ ਵਿੱਚ ਚਲ ਜਾਂਦਾ ਹੈ। ਮਨੁੱਖ ਦਾ ਜੀਵਨ ਉੱਚਾ ਹੋ ਜਾਂਦਾ ਹੈ। ਤੋ ਆਤਮਿਕ ਜੀਵਨ ਨੂੰ ਜੇ ਉੱਚਾ ਕਰਨਾ ਹੈ, ਆਤਮਾ ਨੂੰ ਮਜ਼ਬੂਤ ਕਰਨਾ ਹੈ, ਮਨੁੱਖ ਕਦੀ ਕਿਸੇ ਮਨੁੱਖ ਨੂੰ ਕਿਸੇ ਹਥਿਆਰ ਤੋਂ ਨਹੀਂ ਡਰ। ਭਾਈ ਬਚਿੱਤਰ ਸਿੰਘ ਜੀ ਨੂੰ ਚੜ੍ਹਦੀ ਕਲਾ ਦਾ ਥਾਪੜਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਿੰਦੇ ਨੇ। ਪਿਆਰ ਦੀ ਅਸੀਸ ਹੈ, ਰਹਿਮਤਾਂ ਦੀ ਅਸੀਸ ਹੈ। ਹਰ ਪੱਖ ਤੋਂ ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ ਹੈ। ਹਰ ਪੱਖ ਤੋਂ ਸਮਝਾਇਆ ਗਿਆ ਹੈ, ਡਰਨਾ ਹੀ ਨਹੀਂ ਕਿਸੇ ਕੋਲੋਂ। ਸਿੱਖ ਦੇ ਜੀਵਨ ਵਿੱਚੋਂ ਡਰ ਹੀ ਖਤਮ ਕਰ ਦਿੱਤਾ ਹੈ। ਭੈ ਕਿਸੇ ਨੂੰ ਨਾ ਦਿੰਦਾ ਹੈ, ਨਾ ਭੈ ਲੈਂਦਾ ਹੈ। ਮਨ ਚੜ੍ਹਦੀ ਕਲਾ ਵਿੱਚ ਜਾਵੇਗਾ ਤਾਂ ਹੀ ਜੀਵਨ ਦੇ ਵਿੱਚ ਸੱਚ ਨਾਲ ਸਾਹਮਣਾ ਕਰਨ ਦੀ, ਸੱਚ ਨਾਲ ਤੁਰਨ ਤੇ ਸੱਚ ਨਾਲ ਚੱਲਣ ਦੀ ਸ਼ਕਤੀ ਪੈਦਾ ਹੋਵੇਗੀ। ਤੇ ਜਿਹਦਾ ਮਨ ਹੀ ਕਮਜ਼ੋਰ ਹੈ, ਬਾਰ-ਬਾਰ ਮਨ ਡਿੱਗ ਰਿਹਾ ਹੈ, ਬਾਰ-ਬਾਰ ਮਨ ਡੋਲ ਰਿਹਾ ਹੈ, ਉਹ ਕਿੱਥੋਂ ਸੱਚ ਦੀ ਗੱਲ ਕਰ ਲਵੇਗਾ। ਰਤਨ ਜਵੇਹਰ ਮਾਣਕਾ ਅੰਮ੍ਰਿਤ ਹਰ ਕਾ ਨਾਉ। ਪਰਮਾਤਮਾ ਦਾ ਅਟਲ ਆਤਮਿਕ ਜੀਵਨ ਦੇਣ ਵਾਲਾ ਹੁਕਮ ਹੀ ਅਸਲੀ ਜੀਵਨ ਦੇ ਵਿੱਚ ਰਤਨ ਨੇ, ਮੋਤੀ ਨੇ, ਜਵਰਾਤ ਨੇ। ਸੂਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਸੁੱਖਾਂ ਦਾ ਦਾਤਾ, ਸਹਿਜ ਦਾ ਦਾਤਾ, ਜੀਵਨ ਵਿੱਚ ਆਨੰਦਿਤ ਰਸ ਪੈਦਾ ਕਰਨ ਵਾਲਾ, ਹੇ ਨਾਨਕ ਜੀ ਜੇ ਕੋਈ ਹੈ ਤੇ ਉਹ ਪ੍ਰਮਾਤਮਾ ਦੇ ਗੁਣ ਨੇ। ਤੋ ਸਾਹਿਬ ਕਹਿੰਦੇ ਉਹਦੇ ਹੁਕਮ ਦੇ ਵਿੱਚ ਤੁਰਿਆ, ਉਹਦੀ ਰਜ਼ਾ ਵਿੱਚ ਤੁਰਿਆ, ਉਹਦੇ ਹੁਕਮ ਨੂੰ ਮੰਨਿਆ, ਮਨ ਆਤਮਿਕ ਚੜ੍ਹਦੀ ਕਲਾ ਵਿੱਚ ਚਲ ਜਾਂਦਾ ਹੈ, ਜਿਸ ਦੀ ਬਰਕਤ ਦੇ ਨਾਲ ਜੀਵਨ ਵਿੱਚ ਸਦੀਵੀ ਸੁੱਖ ਆ ਜਾਂਦੇ ਨੇ। ਜੀਵਨ ਖੇੜੇ ਤੇ ਆਨੰਦ ਵਿੱਚ ਆ ਜਾਂਦਾ ਹੈ। ਇੱਕ ਰਸ ਇਹ ਜੀਵਨ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ। ਤੇ ਹੇ ਨਾਨਕ ਪ੍ਰਮਾਤਮਾ ਦੇ ਗੁਣ ਗਾ। ਕੇਵਲ ਮਨੁੱਖ ਦੇ ਗੁਣ ਨਾ ਗਾ, ਮਨੁੱਖ ਦੇ ਪਿੱਛੇ ਨਾ ਤੁਰ। ਇਹ ਮਨੁੱਖਾਂ ਦੀਆਂ ਸਿਫਤਾਂ ਕਰਨ ਦੀ ਲੋੜ ਨਹੀਂ, ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਗੁਣ ਗਾ। ਆਪਣੇ ਧਿਆਨ ਨੂੰ ਸੰਸਾਰ ਤੋਂ ਹਟਾ ਕੇ ਪ੍ਰਮਾਤਮਾ ਨਾਲ ਜੋੜ ਲੈਣਾ ਹੈ। ਤੇ ਜਦੋਂ ਪ੍ਰਮਾਤਮਾ ਨਾਲ ਇਹ ਧਿਆਨ ਜੁੜੇਗਾ ਨਾ, ਜੀਵਨ ਜੁੜੇਗਾ, ਬੜਾ ਆਨੰਦ ਜੇ ਜੀਵਨ 'ਚ, ਬੜਾ ਸੁੱਖ ਜੇ, ਬੜਾ ਖੇੜਾ ਜੇ, ਬੜੀ ਚੜ੍ਹਦੀ ਕਲਾ ਆ ਜਾਂਦੀ ਜੇ। ਫਿਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇ ਪੈਂਦੀ। ਇਹ ਡਰ ਹੀ ਉਦੋਂ ਤੱਕ ਹੈ ਜਦ ਤੱਕ ਪ੍ਰਮਾਤਮਾ ਤੋਂ ਟੁੱਟੇ ਆ। ਕੱਲ੍ਹ ਕੀ ਹੋਊਗਾ, ਇਹਦਾ ਡਰ ਉਹਨੂੰ ਹੈ ਜੋ ਰੱਬ ਤੋਂ ਟੁੱਟਿਆ ਹੈ। ਜਿਹਨੂੰ ਰੱਬ ਨਾਲ ਪਿਆਰ ਆ ਨਾ, ਉਹ ਤੇ ਅੱਜ ਵੀ ਜਿਉਂਦਾ। ਅੱਜ ਕੀ ਹੋ ਰਿਹਾ ਹੈ, ਮੈਂ ਇਹਦਾ ਸਾਹਮਣਾ ਕਰਨਾ ਹੈ, ਅੱਜ ਵਿੱਚ ਜਿਉਣਾ ਹੈ। ਅੱਜ ਦੀ ਜ਼ਿੰਦਗੀ ਨੂੰ, ਪ੍ਰੈਜ਼ੈਂਟ ਨੂੰ ਸੈਲੀਬ੍ਰੇਟ ਕਰਨਾ ਹੈ। ਇੱਕ ਇੱਕ ਸਵਾਸ ਨੂੰ ਸੈਲੀਬ੍ਰੇਟ ਕਰਨਾ ਹੈ। ਕੱਲ੍ਹ ਹੋਊਗਾ ਜੋ ਵੇਖੀ ਜਾਏਗੀ, ਕੱਲ੍ਹ ਕੀ ਹੋਊਗਾ। ਅੱਜ ਤੇ ਪਹਿਲਾਂ ਦੇਖੀਏ ਨਾ, ਮਨੁੱਖ ਦੀ ਜ਼ਿੰਦਗੀ ਦਾ ਸਾਰਾ ਚੇਤਾ ਹੀ ਕੱਲ੍ਹ ਤੇ ਖਲੋਤਾ ਹੈ। ਇਸੇ ਕਰਕੇ ਅੱਜ ਨੂੰ ਮਾਈਨਸ ਕਰ ਰਿਹਾ ਹੈ। ਅੱਜ ਦੇ ਵਿੱਚ ਕਲੇਸ਼ ਹੈ, ਅੱਜ ਵਿੱਚ ਲੜਾਈ ਹੈ, ਇਸ ਆਸ ਤੇ ਕਿ ਕੱਲ੍ਹ ਸੁਖੀ ਹੋਊਗਾ। ਤੋ ਸਾਹਿਬ ਕਹਿੰਦੇ ਕੱਲ੍ਹ ਦੀ ਗੱਲ ਛੱਡ ਦੇ, ਅੱਜ ਨੂੰ ਜੀਵਨ ਜੀ, ਅੱਜ ਨੂੰ ਸੁੱਖਾਂ ਭਰਪੂਰ ਜੀਵਨ ਜੀ, ਅੱਜ ਦਾ ਆਨੰਦ ਲੈ। ਕੱਲ੍ਹ ਦੀ ਜ਼ਿੰਦਗੀ ਆਪਣੇ ਆਪ ਵੇਖੀ ਜਾਊਗੀ, ਕੱਲ੍ਹ ਕੀ ਹੋਊਗਾ। ਤੋ ਗੁਰਮਤਿ ਇਹ ਸਮਝਾਉਂਦੀ ਹੈ, ਜੀਵਨ ਦੇ ਵਿੱਚ ਚੰਗੇ ਗੁਣਾਂ ਨੂੰ ਅਜ਼ਮਾਈਏ, ਗੁਣਾਂ ਨੂੰ ਵਸਾਈਏ। ਸੱਤ, ਸੱਚ, ਸੰਤੋਖ, ਨਿਮਰਤਾ, ਪਿਆਰ, ਹਲੀਮੀ ਨਾਲ ਜੀਵਨ ਜੀਵੀਏ। ਪ੍ਰੈਕਟਿਸ ਕਰੀਏ ਗੁਰਬਾਣੀ ਦੀ, ਪ੍ਰੈਕਟੀਕਲ ਕਰੀਏ ਗੁਰਬਾਣੀ ਦਾ। ਤੁਰਨਾ ਹੈ ਗੁਰੂ ਮੱਤ 'ਤੇ, ਫਾਲੋ ਕਰਨਾ ਹੈ ਗੁਰੂ ਦਾ ਹੁਕਮ। ਮਨ ਗੁਰੂ ਦੀ ਮੱਤ ਦੇ ਮੁਤਾਬਕ ਤੁਰਨ ਲੱਗ ਪਵੇਗਾ ਨਾ, ਤਨ ਅਪਰਾਧ ਕਰਨਾ ਛੱਡ ਦੇਵੇਗਾ। ਸੋ ਹੱਥ ਜੋੜ ਕੇ ਬੇਨਤੀ ਹੈ, ਗੁਰਮਤਿ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਸਤਿਗੁਰ ਦੇ ਗੁਰਬਾਣੀ ਦਾ ਪ੍ਰਗਾਸ ਜੀਵਨ ਵਿੱਚ ਕਰੀਏ ਤੇ ਜੀਵਨ ਵਿੱਚ ਚਾਨਣ ਹੋ ਜਾਵੇਗਾ, ਅੰਧੇਰਾ ਮਿਟ ਜਾਵੇਗਾ। ਅਗਿਆਨਤਾ ਦਾ ਅੰਧੇਰਾ ਮਿਟਦਾ ਹੀ ਹੈ ਗੁਰੂ ਦਾ ਚਾਨਣ ਦੇ ਨਾਲ। ਤੇ ਜਦੋਂ ਗੁਰੂ ਚਾਨਣ ਬਣ ਕੇ ਜੀਵਨ ਵਿੱਚ ਵਸ ਜਾਵੇ, ਫਿਰ ਸਭ ਕਹਿੰਦੇ ਦੁੱਖ ਭਰਮ ਪਾਉ ਕਾਟੀ ਹੈ। ਦੁੱਖ ਭਰਮ ਸਭ ਜੀਵਨ ਵਿੱਚੋਂ ਕੱਟੇ ਗਏ, ਜੀਵਨ ਸੁੱਖਾਂ ਭਰਪੂਰ ਹੋ ਗਿਆ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਬੇਅੰਤ ਵਿੱਚ ਗੁਰਬਾਣੀ ਵਿਚਾਰ ਕਰਦੇ ਹਾਂ, ਸ਼ਬਦ ਦਾ ਉਚਾਰਨ ਕਰਦੇ ਹਾਂ, ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਗੁਰ ਪਿਆਰੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਹੋਈਆਂ ਭੁੱਲਾਂ ਗਲਤੀਆਂ ਇੱਕ ਵਾਰੀ ਫਿਰ ਮਾਫੀ ਦੇ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।